ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਸਾਧ ਸੰਗਤ ਜੀ, ਮੈਂ ਪਿਛਲੇ ਕਾਫੀ ਦਿਨਾਂ ਤੋਂ ਥੋੜ੍ਹੀ ਜਿਹੀ ਕੋਸ਼ਿਸ਼ ਕਰਕੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਿਧਾਂਤ ਜਾਂ ਸਿਧਾਂਤ ਜੋ ਕਿ ਪੂਰੀ ਦੀ ਪੂਰੀ ਦਸਮ ਦਸਾਂ ਗੁਰੂਆਂ ਦੀ ਜੋਤ ਔਰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਅਨੁਸਾਰ ਬਹੁਤ ਸਰਲ ਸਰਲ ਸ਼ਬਦ ਚੁੱਕ ਕੇ ਉਹਦੇ ਨਾਲ ਕੋਈ ਇੱਕ ਸਿੱਖ ਸਿਧਾਂਤ ਦੀ ਗੱਲ 1-2 ਮਿੰਟ 'ਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਔਰ ਇਸ ਦੌਰਾਨ ਬਹੁਤ ਲੋਕਾਂ ਨੇ ਕਈ ਅੱਛੇ ਔਰ ਕਈ ਸੁਝਾਅ ਵੀ ਦਿੱਤੇ ਤੇ ਮੈਂ ਇਸ ਗੱਲ ਦਾ ਕਿਧਰੇ ਕੋਈ ਦਾਅਵਾ ਨਹੀਂ ਕਰਦਾ ਕਿ ਇਹ ਮੇਰੀ ਕੋਸ਼ਿਸ਼ ਕੋਈ ਬਹੁਤ ਕਮਾਲ ਦੀ ਕੋਸ਼ਿਸ਼ ਹੈ। ऐसा कुछ नहीं है। ਮੈਨੂੰ ਕੋਈ ਬਹੁਤ ਅੱਛਾ ਗਿਆਨ ਹੈ, ਐਸਾ ਬਿਲਕੁਲ ਵੀ ਨਹੀਂ ਹੈ। ਔਰ ਤੁਸੀਂ ਹੁਣ ਤੱਕ ਮੇਰੇ ਵੀਡੀਓਜ਼ ਵਿੱਚ ਦੇਖ ਹੀ ਲਿੱਤਾ ਹੋਣਾ ਕਿੰਨਾ ਇਹ ਆਣਾ ਔਰ ਮੇਰਾ ਛੋਟਾ ਪ੍ਰयास ਹੈ ਤੇ ਮੈਂ ਇਸ ਗੱਲ ਦਾ ਕਿਧਰੇ ਵੀ ਕੋਈ ਦਾਅਵਾ ਨਹੀਂ ਕਰਦਾ। ਇੱਕ ਵਾਰੀ ਹੱਥ ਜੋੜ ਕੇ ਦੁਬਾਰਾ ਕਿਧਰੇ ਵੀ ਕੋਈ ਵੀ ਲੈਵਲ ਤੇ ਕੋਈ ਗਲਤੀ ਕਮੀ ਰਹੀ ਹੈ ਤਾਂ ਉਹਦੇ ਲਈ ਖਿਮਾ ਚਾਹਨਾ, ਮਾਫੀ ਚਾਹਨਾ। ਲੇਕਿਨ ਇੱਕ ਗੱਲ ਮੇਰੇ ਵੀਰ ਰਣਬੀਰ ਸਿੰਘ ਜੀ ਨੇ ਕਹੀ ਸੀ, ਉਹਨਾਂ ਨੇ ਕਿਸੇ ਤੁਕ ਦੇ ਉੱਤੇ ਮੈਂ ਉਹਦੇ ਬਾਰੇ ਵੀ ਗੱਲ ਕਰਾਂਗਾ। ਉਹ ਕੁਛ ਚੀਜ਼ਾਂ ਦੇ ਬਾਰੇ ਉਹਨਾਂ ਨੇ ਪੁੱਛਿਆ ਤੇ ਉਸ ਕਰਕੇ ਮੈਂ ਅੱਜ ਦਾ ਇੱਕ ਸਪੈਸ਼ਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਜਿਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਦੇਖੋ, ਗੁਰਬਾਣੀ ਅਸਲ ਵਿੱਚ ਨਾ ਇੱਕ ਵਿਚਾਰ ਦਾ ਵਿਸ਼ਾ ਹੈ। ਗੁਰਬਾਣੀ ਕਦੀ ਵੀ ਕਿਸੇ ਪਾਠ ਕਰਨ ਜਾਂ ਕੀਰਤਨ ਕਰਨ ਦਾ ਵਿਸ਼ੇ ਬਹੁਤ ਵੱਡਾ ਤੌਰ ਤੇ ਨਹੀਂ ਹੈ। ਉਹ ਤਰੀਕਾ ਹੈ, ਉਹ ਕੇਵਲ ਇੱਕ ਤਰੀਕਾ ਹੈ। ਉਸ ਤਰੀਕੇ, ਉਸ ਰਸਤੇ ਦੇ ਰਾਹੀਂ ਹੋ ਕੇ ਐਕਸ਼ਨ ਜਾਂ ਕਰਮ ਜਿਹੜਾ ਹੈ ਉਹ ਹੈ ਕਿ ਜੀਵਨ ਵਿੱਚ ਪਰਿਵਰਤਨ ਔਰ ਜੀਵਨ ਵਿੱਚ ਚੇਂਜ ਆਵੇ, ਟਰਾਂਸਫੋਰਮੇਸ਼ਨ ਆਏ, ਗੁਰੂ ਦੇ ਨਾਲ ਜੁੜ ਸਕੀਏ। ਇਹ ਮੇਨਲੀ ਕੰਮ ਹੈ, ਕਿਉਂਕਿ ਅਸੀਂ ਕਿਸੇ ਵੀ ਤਰੀਕੇ ਨਾਲ ਗੁਰਬਾਣੀ ਕੀਰਤਨ ਔਰ ਪਾਠ ਨੂੰ ਇਨਕਾਰ ਨਹੀਂ ਕਰ ਰਹੇ। ਉਹ ਰਸਤਾ ਹੈ, ਰਸਤੇ ਦੇ ਉੱਤੋਂ ਹੋ ਕੇ ਹੀ ਨਿਕਲਣਾ ਪਏਗਾ। ਲੇਕਿਨ ਉਸ ਰਸਤੇ ਦੇ ਨਾਲ ਹੀ ਅਸੀਂ ਜੁੜ ਕੇ ਰਹਿ ਜਾਈਏ ਤੇ ਅੱਗੇ ਮੰਜ਼ਿਲ ਤੱਕ ਨਾ ਪਹੁੰਚ ਸਕੀਏ ਤੇ ਉਹ ਥੋੜੀ ਜਿਹੀ ਕਿਧਰੇ ਘਾਟ ਰਹਿ ਜਾਏਗੀ। ਉਸ ਰਸਤੇ ਤੋਂ ਹੁੰਦਿਆਂ ਹੋਇਆਂ ਅਸੀਂ ਉਸ ਨੂੰ ਇੰਜੋਏ ਕਰਦਿਆਂ ਹੋਇਆਂ ਮੰਜ਼ਿਲ ਪਰਮਾਤਮਾ ਦੇ ਮਿਲਣ ਦੀ ਇਹੀ ਹੈ ਕਿ ਪਰਮਾਤਮਾ, ਗੁਰੂ ਸਾਹਿਬ, ਗੁਰਬਾਣੀ ਜੋ ਜੋ ਗੱਲ ਕਹਿ ਰਹੇ ਨੇ ਉਸ ਨੂੰ ਮੰਨ ਕੇ ਅਪਣਾਇਆ ਜਾਏ, ਉਹਦੇ ਵਿੱਚ ਅਸੀਂ ਆਪਣੇ ਆਪ ਨੂੰ ਇਨਵੋਲਵ ਕਰੀਏ। ਜਿਗਿਆਸੂ ਤੇ ਕਿੰਤੂ ਪਰੰਤੂ ਕਰਨ ਵਾਲੇ 'ਚ ਕੀ ਫਰਕ ਹੈ? ਜਿਗਿਆਸੂ ਹੋਣਾ ਗੁਰਮਤਿ ਵਿੱਚ ਬਹੁਤ ਵੱਡਾ ਪ੍ਰਵਾਨਗੀ ਦਾ ਵਿਸ਼ਾ ਹੈ। ਹੋਰ ਜਾਣਨ ਦੀ ਕੋਸ਼ਿਸ਼ ਕਰਨਾ। ਅਸੀਂ ਸਿੱਖ ਹੈਗੇ ਨਾ, ਸਾਡੇ ਨਾਮ ਦੇ ਅੱਗੇ ਸਿੱਖ ਲੱਗਿਆ ਤੇ ਉਹ ਸਿੱਖ ਐਸੀ ਕਰਕੇ ਕਿ ਅਸੀਂ ਰੋਜ਼ ਸਿੱਖਦੇ ਰਹੀਏ, ਰੋਜ਼ ਸਿੱਖਦੇ ਰਹੀਏ, ਰੋਜ਼ ਸਿੱਖਦੇ ਰਹੀਏ। ਸਿੱਖਣ ਦੀ ਪ੍ਰਕਿਰਿਆ ਚਾਲੂ ਰਵੇ। ਉਹ ਜਿਗਿਆਸੂ ਦਾ ਜੀਵਨ ਦਾ ਹਿੱਸਾ ਰਹਿੰਦਾ ਹੈ। ਜਿਹਦੇ 'ਚ ਜਿਗਿਆਸਾ ਹੈ, ਹੋਰ ਜਾਣਨ ਦੀ ਕੋਸ਼ਿਸ਼ ਕਰ ਰਿਹਾ, ਉਹ ਜਿਗਿਆਸੂ ਹੈ। ਲੇਕਿਨ ਕਿੰਤੂ ਪਰੰਤੂ ਉਂਗਲੀ ਕਰਨਾ ਇਹ ਸਾਡਾ ਵਿਸ਼ਾ ਨਹੀਂ ਹੈ। ਗੁਰਮਤਿ ਵਿੱਚ ਕੋਈ ਇੱਕ ਵੀ ਚੀਜ਼ ਸਾਇੰਸ ਪੂਰੀ ਲੱਗ ਜਾਏ ਤੇ ਪ੍ਰੂਵ ਨਹੀਂ ਕਰ ਸਕਦੀ ਕਿ ਇੱਕ ਤੁਕ, ਇੱਕ ਸਿਆਰੀ, ਇੱਕ ਬਿਆਰੀ, ਇੱਕ ਵਰਡ ਕਿਧਰੇ ਗਲਤ ਹੈ, ਅੱਗੇ ਹੈ, ਪਿੱਛੇ ਹੈ, ਚੇਂਜ ਕਰਨ ਲਾਇਕ ਹੈ ਜਾਂ ਇਮਪਰਫੈਕਟ ਹੈ। ਨਹੀਂ, ਬਿਲਕੁਲ ਨਹੀਂ। ਗੁਰਮਤ 101% ਪਰਫੈਕਟ ਹੈ। ਇਸ ਗੱਲ ਦੀ 500 ਸਾਲਾਂ ਤੋਂ ਹਰ ਇੱਕ ਪਲ ਰੋਜ਼ ਨਵੀਂ ਇੱਕ ਤਾਕੀਦ ਮਿਲ ਜਾਂਦੀ ਹੈ ਕਿ ਉਹ ਜਿਸ ਤਰ੍ਹਾਂ ਸਮਾਂ ਬੀਤੀ ਜਾ ਰਿਹਾ ਉਸ ਤਰ੍ਹਾਂ ਲੋਕਾਂ ਨੂੰ ਪਤਾ ਲੱਗ ਰਿਹਾ ਗੁਰਮਤ ਬਹੁਤ ਵੱਡਾ ਸੁਚੱਜਾ ਗਿਆਨ ਹੈ, ਜਿਸ ਦਾ ਕੋਈ ਸਾਨੀ ਨਹੀਂ ਹੈ, ਜਿੱਦੀ ਕੋਈ ਕਿਧਰੇ ਵੀ ਇੱਕ ਵੀ ਸਾਇੰਸ ਨੇ ਐਸੀ ਗੱਲ ਨਹੀਂ ਕਹੀ ਜੀ ਤੁਹਾਡੇ ਧਰਮ ਨੇ ਇਹ ਕਿਹਾ ਤੇ ਇਹ ਸਾਇੰਸ ਦੇ ਅਨੁਸਾਰ ਗਲਤ ਹੈ। ਨਹੀਂ, ਕਹਿ ਨਹੀਂ ਸਕਦੇ, ਕਿਉਂਕਿ ਬਿਲਕੁਲ ਲੌਜੀਕਲ, ਸਾਇੰਟੀਫਿਕ, ਫਿਲੋਸਫਿਕਲ, ਪ੍ਰੋਪਰ ਪ੍ਰੈਕਟੀਕਲ ਚੀਜ਼ਾਂ ਹਨ। ਔਰ ਹਰ ਇੱਕ ਚੀਜ਼ ਨੂੰ ਗੁਰੂ ਸਾਹਿਬ ਨੇ ਪੂਰੀ ਤਰੀਕੇ ਨਾਲ ਆਪਣੇ ਪੂਰੇ ਜੀਵਨ ਵਿੱਚ 272 ਸਾਲ ਲੱਗੇ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕਰਦੇ ਹੋਏ। ਉਹਦੇ ਵਿੱਚ ਪੂਰੀ ਚੀਜ਼ਾਂ ਪ੍ਰੂਵਨ 100% ਪ੍ਰੂਵਨ, ਤੇ ਕੋਈ ਚੀਜ਼ ਇੱਕ ਐਸੀ ਨਹੀਂ ਜਿਹਦੇ ਤੋਂ ਅਸੀਂ ਕਿੰਤੂ ਪਰੰਤੂ ਕਰ ਸਕੀਏ। ਸੋ ਜਿਗਿਆਸੂ ਹੋਣਾ ਵੱਡੀ ਗੱਲ, ਅੱਛੀ ਗੱਲ ਹੈ, ਮਗਰ ਕਿੰਤੂ ਪਰੰਤੂ ਕਰਨ ਵਾਲਾ ਅੱਛੀ ਗੱਲ ਨਹੀਂ ਹੈ। ਉਹਦਾ ਨੁਕਸਾਨ ਆਪਣੇ ਆਪ ਨੂੰ ਭੋਗਣਾ ਹੀ ਪਏਗਾ। ਉਹ ਨੁਕਸਾਨ ਬਹੁਤ ਵੱਡਾ ਹੋ ਸਕਦਾ ਹੈ।
ਲੇਕਿਨ ਅਗਲੀ ਗੱਲ ਹੈ, ਜਿਸ ਤਰ੍ਹਾਂ ਅਸੀਂ ਨਾ ਕਿਸੇ ਇੰਜਨ ਦੀ ਤਰ੍ਹਾਂ ਬਹੁਤ ਤਾਕਤਵਰ ਬਣੀਏ ਤੇ ਦੁਨੀਆ ਨੂੰ ਪਿੱਛੇ ਲਗਾ ਕੇ ਚਲੀਏ, ਬਹੁਤ ਸ਼ਕਤੀਸ਼ਾਲੀ ਬਣੀਏ ਤੇ ਪਿੱਛੇ ਲਗਾ ਕੇ ਚਲੀਏ, ਤੇ ਇੱਕ ਤਾਂ ਤਰੀਕਾ ਇਹ ਜੀਵਨ ਦਾ ਹੋ ਸਕਦਾ ਹੈ। ਲੇਕਿਨ ਦੂਜਾ ਤਰੀਕਾ ਇਹ ਵੀ ਹੋ ਸਕਦਾ ਹੈ, ਅਸੀਂ ਇੰਨੇ ਸਮਰਪਿਤ ਹੋਈਏ ਕਿ ਡਿੱਬੇ ਦੀ ਤਰ੍ਹਾਂ ਕਿਸੇ ਮਜ਼ਬੂਤ ਇੰਜਨ ਦੇ ਪਿੱਛੇ ਲੱਗ ਜਾਈਏ ਤੇ ਉਹ ਜਿੱਥੇ ਪਹੁੰਚਾਏਗਾ ਉਹਦੇ ਨਾਲ ਅਸੀਂ ਵੀ ਪਹੁੰਚ ਜਾਵਾਂਗੇ। ਯਾਨੀ ਕਿ ਗੁਰੂ ਗ੍ਰੰਥ ਸਾਹਿਬ ਇੱਕ ਐਸਾ ਸ਼ਾਨਦਾਰ ਮਜ਼ਬੂਤ ਇੰਜਨ ਹੈ ਜਿਹਦੇ ਪਿੱਛੇ ਅਸੀਂ ਸਮਰਪਿਤ ਭਾਵ ਨਾਲ ਲੱਗ ਜਾਈਏ ਤੇ ਸਾਨੂੰ ਮੰਜ਼ਿਲ ਮਿਲ ਜਾਏਗੀ। ਐਸਾ ਸਰਟਨ ਹੈ, ਗਾਰੰਟਿਡ ਹੈ। ਕੋਈ ਵੀ ਆਏ ਤੇ ਮੈਂ ਉਹਨੂੰ ਐਫੀਡੇਵਿਟ ਲਿਖ ਕੇ ਦੇਣਾ, ਬਿਲਕੁਲ ਕੋਈ ਵੀ ਲਿਖ ਕੇ ਦੇਗਾ, ਕਿਉਂਕਿ ਇਹ ਪ੍ਰੂਵਨ ਐਸਾ ਮੁੱਦਾ ਹੈ ਜੀ। ਇਹਦੇ ਵਿੱਚ ਇੱਕ ਗੱਲ ਹੋਰ ਜੋ ਕਿ ਕਿਧਰੇ ਨਾ ਕਿਧਰੇ ਮੈਨੂੰ ਬਹੁਤ ਇੰਪੋਰਟੈਂਟ ਲੱਗਦੀ ਹੈ, ਉਹ ਗੱਲ ਇਹ ਕਿ ਆਸਾਨ ਚੀਜ਼ਾਂ ਆਸਾਨੀ ਨਾਲ ਸਮਝਾਉਣਾ ਇਹ ਬਹੁਤ ਮੁਸ਼ਕਿਲ ਕੰਮ ਹੈ। ਕਿਧਰੇ ਨਾ ਕਿਧਰੇ ਕੋਈ ਜਿਸ ਤਰ੍ਹਾਂ ਬਹੁਤ ਸਿੰਪਲ ਤੁੱਕਾਂ ਲੈ ਕੇ ਕਿ ਬਈ ਸਰਬਤ ਦਾ ਭਲਾ, ਨਾਨਕ ਫਿੱਕਾ ਬੋਲੀਏ, ਜਾਂ ਨਿੰਦਕ ਡੂਬੇ ਹਮ ਉਧਰੇ ਪਾਰ, ਗੁਰਬਿਨ ਗਿਆਨ ਨਾ ਹੋਏ, ਜਾਂ ਹੋਰ ਵੀ ਬਹੁਤ ਸਰਲ ਤੁੱਕਾਂ, ਜਿਸ ਤਰ੍ਹਾਂ ਆਪ ਨਾ ਦੇ ਚੁੱਲੂ ਪਰ ਪਾਣੀ, ਤਹਿ ਨਿੰਦੇ ਜਿਨ ਗੰਗਾ ਆਨੀ, ਜਾਂ ਦੇਖ ਕੇ ਅੰਦਿਟ ਕੀਤਾ ਅਰਦਾਸ ਵਿੱਚੋਂ, ਜਾਂ ਇਸ ਤਰ੍ਹਾਂ ਦੀ ਹੋਰ ਛੋਟੀ ਚੀਜ਼ਾਂ ਨੂੰ ਅਸੀਂ ਲੈ ਕੇ ਕਈ ਵਾਰੀ ਪਿਛਲੇ ਵੀਡੀਓ ਬਣਾਏ, ਤੇ ਉਹ ਮੇਰਾ ਗਿਆਨ ਇੰਨਾ ਸੀਮਿਤ ਹੈ ਕਿ ਮੈਂ ਆਸਾਨ ਚੀਜ਼ਾਂ ਨੂੰ ਹੀ ਟੇਕਅਪ ਕਰਕੇ ਕਰ ਪਾਵਾਂ, ਤੇ ਬਹੁਤ ਵੱਡੀ ਗੱਲ ਹੈ ਮੇਰੇ ਲਈ, ਮੈਂ ਨਹੀਂ ਕਰ ਪਾ ਰਿਹਾ ਕਿਉਂਕਿ ਮੇਰੇ ਲਈ ਉਨਾ ਵਰਸਟਾਈਲ ਵਾਸਟ ਹਜੇ ਵਾਹਿਗੁਰੂ ਕਿਰਪਾ ਕਰਨ ਤੇ ਸ਼ਾਇਦ ਅੱਗੇ ਹੋ ਜਾਏ, ਲੇਕਿਨ ਹਜੇ ਫਿਲਹਾਲ ਨਹੀਂ ਹੈ, ਤੇ ਇਸ ਕਰਕੇ ਉਸ ਦੀ ਮੈਂ ਮਾਫੀ ਮੰਗਦਾ। ਲੇਕਿਨ ਹਾਂ, ਇਹ ਗੱਲ ਜ਼ਰੂਰ ਕਹਾਂਗਾ ਕਿ ਆਸਾਨ ਚੀਜ਼ਾਂ ਨੂੰ ਬਹੁਤ ਹੀ ਸਰਲਤਮ ਤਰੀਕੇ ਨਾਲ ਪ੍ਰਸਤੁਤ ਕਰਨਾ ਵੀ ਆਪਣੇ ਆਪ ਵਿੱਚ ਇੱਕ ਬਹੁਤ ਹੀ ਕੀਮਤੀ ਔਰ ਮੁਸ਼ਕਿਲ ਕੰਮ ਹੈ। ਇਸ ਕਰਕੇ ਮੈਂ ਹਮੇਸ਼ਾ ਅਰਦਾਸ ਕਰਦਾ ਕਿ ਤੁਸੀਂ ਸਾਰੇ ਮੈਨੂੰ ਸਹਿਯੋਗ ਦਿਓ, ਗੁਰੂ ਸਾਹਿਬ ਕਿਰਪਾ ਕਰਨ ਕਿ ਅਸੀਂ ਸਾਰੇ ਜਿਹੜੀ ਇਹ ਕੋਸ਼ਿਸ਼ ਕਰ ਰਹੇ ਹਾਂ, ਇਸ ਕੋਸ਼ਿਸ਼ ਵਿੱਚ ਸਾਰੇ ਅਸੀਂ ਗੁਰੂ ਦੇ ਹੋਰ ਨੇੜੇ ਹੋ ਸਕੀਏ, ਹੋਰ ਜ਼ਿਆਦਾ ਲੋਕਾਂ ਨੂੰ ਗੁਰੂ ਦੇ ਨੇੜੇ ਕਰਕੇ, ਕਿਉਂਕਿ ਗੁਰੂ ਦਾ ਕੰਮ ਹੈ, ਗੁਰੂ ਆਪੇ ਕਰ ਰਿਹਾ। ਅਸੀਂ ਆਪਣੇ ਪ੍ਰਯਾਸਾਂ ਨਾਲ ਬਹੁਤ ਆਪਣੇ ਤਗਮੇ ਪਾ ਲਈਏ, ਐਸਾ ਕੁਛ ਮੂਰਖਤਾ ਹੀ ਹੋਏਗੀ। ਗੁਰੂ ਬਹੁਤ ਸਮਝਦਾਰ ਹੈ, ਆਪਣੇ ਆਪ ਉਹ ਸੰਭਾਲ ਲਏਗਾ। ਅਗਲੀ ਗੱਲ, ਅਸੀਂ ਇੱਕ ਤੁਕ ਜਿਹੜੀ ਸੀਗੀ, ਰਾਖੋ ਕੰਧ ਉਸਾਰੋ ਨੀਵਾਂ, ਇਹਦੇ ਵਿੱਚ ਕੰਧ ਪਹਿਲੇ ਉਸਾਰਨ ਦੀ ਗੱਲ ਕੀਤੀ ਹੈ, ਨੀਂਹ ਬਾਅਦ ਵਿੱਚ ਖੋਲ੍ਹਣ ਦੀ ਗੱਲ ਕੀਤੀ ਹੈ। ਐਸਾ ਕੁਛ ਨਹੀਂ ਹੈ। ਜੋ ਮੈਨੂੰ ਲੱਗਦਾ ਹੈ, ਕੱਲ ਜਿਹੜੀ ਗਿਆਨੀ ਪਿੰਦਰਪਾਲ ਸਿੰਘ ਜੀ ਵੀ ਕਥਾ ਕਰ ਰਹੇ ਸੀ ਦਰਬਾਰ ਸਾਹਿਬ ਵਿੱਚ, ਤੇ ਉਹਨਾਂ ਨੇ ਵੀ ਇਹੀ ਗੱਲ ਕੀਤੀ ਸੀ ਕਿ ਇਹ ਇੱਕ ਕਾਵਿਆਤਮਕ ਛੂਟ ਹੈ ਕਿ ਤੁਕ ਦਾ ਜਿਹੜਾ ਇੱਕ ਹਿੱਸਾ ਹੈ ਕਿ ਉਸਾਰੋ ਨੀਵਾਂ ਰਾਖੋ ਕੰਧ, ਇਹ ਕਿਉਂਕਿ ਤੁਕਾਂਤ ਨਹੀਂ ਮਿਲਦੇ, ਤੇ ਅਸੀਂ ਇਹ ਕਹੀਏ ਕਿ ਉਹਦੇ ਵਿੱਚ ਗੁਰੂ ਸਾਹਿਬ ਕੋਲ ਐਸੀ ਵਿਆਕਰਣ ਨਹੀਂ ਸੀ, ਨਹੀਂ, ਉਹ ਐਸਾ ਉਹਨਾਂ ਨੇ ਬਹੁਤ ਸ਼ਾਬਦਿਕ ਤੌਰ ਤੇ ਅੱਛਾ ਖੂਬਸੂਰਤ ਬਣਾਉਣ ਦੀ ਹੈਸੀਅਤ ਨਾਲ ਹੋ ਸਕਦਾ ਕੀਤਾ ਹੋਵੇ, ਲੇਕਿਨ ਬਾਕੀ ਤਾਂ ਗੁਰੂ ਹੀ ਜਾਣਦਾ। ਲੇਕਿਨ ਇਹਦੇ ਅਰਥ ਜਿਹੜੇ ਨੇ ਨਾ, ਉਹ ਬਿਲਕੁਲ ਸਿੰਪਲ ਹਨ ਕਿ ਜਿਹੜੀ ਨੀਵਾਂ ਖੋਦ ਕੇ ਉਹਦੇ ਵਿੱਚ ਉਸਾਰੀ ਕਰੀਏ, ਤਾਂ ਕਿ ਉੱਤੇ ਮਹਿਲ ਜਾਂ ਦੀਵਾਰ ਜਿਹੜੀ ਬਣਾਈ ਜਾਏ ਉਹ ਬਿਹਤਰੀਨ ਤਰੀਕੇ ਨਾਲ, ਔਰ ਉਹ ਨੀਵਾਂ ਕੀ ਹਨ, ਉਹ ਪਰਮਾਤਮਾ ਦੇ ਉੱਤੇ ਵਿਸ਼ਵਾਸ, ਅਗਰ ਵਿਸ਼ਵਾਸ ਹੋਏਗਾ ਤੇ ਉਹਦੇ ਉੱਤੇ ਤੁਸੀਂ ਕਿਸੇ ਵੀ ਤਰੀਕੇ ਦੀ ਕੰਧ ਕੀ ਹੈ, ਤੁਹਾਨੂੰ ਕੋਈ ਵੀ ਦਾਤਾਂ ਚਾਹੀਦੀਆਂ, ਉਹ ਦਾਤੇ ਕੋਲੋਂ ਮਿਲਦੀਆਂ ਰਹਿਣਗੀਆਂ, ਅਗਰ ਵਿਸ਼ਵਾਸ ਹੋਏਗਾ। ਅਗਰ ਵਿਸ਼ਵਾਸ ਨਹੀਂ ਹੈ ਤੇ ਨਾ ਤੇ ਤੁਸੀਂ ਸੈਟਿਸਫਾਈਡ ਹੋਵੋਗੇ, ਨਾ ਕਦੀ ਜੀਵਨ ਵਿੱਚ ਉਹ ਸੈਟਿਸਫੈਕਸ਼ਨ ਦਾ ਲੈਵਲ ਆ ਸਕੇਗਾ। ਮੈਨੂੰ ਲੱਗਦਾ ਹੈ ਕਿ ਸ਼ਾਇਦ ਜੋ ਮੇਰਾ ਛੋਟਾ ਜਿਹਾ ਗਿਆਨ ਹੈ, ਛੋਟਾ ਜਿਹਾ ਸਿਸਟਮ ਹੈ, ਵਿਜ਼ਡਮ ਹੈ, ਉਹਦੇ ਅਨੁਸਾਰ ਮੈਂ ਆਪਣੀ ਗੱਲ ਨੂੰ ਸ਼ਾਇਦ ਥੋੜ੍ਹਾ ਬਹੁਤ ਰੱਖ ਸਕਿਆ। ਫਿਰ ਵੀ ਮੈਂ ਇਸ ਗੱਲ ਦੇ ਵਿੱਚ ਹਮੇਸ਼ਾ ਓਪਨ ਮੰਨ ਕੇ ਚੱਲਦਾ ਕਿ ਜਿਸ ਤਰ੍ਹਾਂ ਤੁਸੀਂ ਮੈਨੂੰ ਗਾਈਡੈਂਸ ਦਿਓਗੇ, ਮੈਨੂੰ ਗਾਈਡ ਕਰੋਗੇ ਕਿ ਇਹ ਕੁਲਵਿੰਦਰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੈ, ਤੇ ਮੈਂ ਹੱਥ ਜੋੜ ਕੇ ਪ੍ਰਵਾਨਗੀ ਦਾਂਗਾ, ਕਿਉਂਕਿ ਮੈਂ ਇਸ ਲਾਈਨ ਵਿੱਚ ਥੋੜ੍ਹੀ ਜਿਹੀ ਕੋਸ਼ਿਸ਼ ਕਰ ਰਿਹਾ। ਕਿਸੇ ਤਰੀਕੇ ਦਾ ਕੋਈ ਦਾਵਾ, ਕਿਸੇ ਤਰੀਕੇ ਦੀ ਕੋਈ ਉਹ ਨਹੀਂ ਹੈ, ਤੇ ਉਮੀਦ ਹੈ, ਆਸ ਹੈ ਕਿ ਮੇਰੇ ਇਸ ਵੀਡੀਓ ਤੋਂ ਤੁਸੀਂ ਸਾਰੇ
ਆਪਣਾ ਆਸ਼ੀਰਵਾਦ ਦੇ ਕੇ ਮੈਨੂੰ ਨਵਾਜੋਗੇ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।